Good afternoon, students. Myself Abhay Kumar Sharma, working as assistant professor in the Department of Agriculture at GGDST College, Haryana. So I am here with you with my next lecture for your diploma, advanced diploma in organic farming. So in the last lecture we had discussed about about the introduction of agriculture, what is exactly agriculture means, how we can do the work in the agriculture to make it sustainable. So in this lecture, in the today's lecture, I'll discuss about the various branches of agriculture, that is you can say in Punjabi ਜਿਹਨੂੰ ਅਸੀਂ ਕਹਿ ਦਿੰਦੇ ਹਾਂ ਖੇਤੀਬਾੜੀ ਦੀਆਂ ਸ਼ਾਖਾਵਾਂ, ਕਿਉਂਕਿ ਐਗਰੀਕਲਚਰ ਇੱਕ ਸਿੰਗਲ ਫੀਲਡ ਨਹੀਂ ਹੈਗਾ ਜਿਹਦੇ ਵਿੱਚ ਇਹਦੇ ਵਿੱਚ ਅਸੀਂ ਬਹੁਤ ਸਾਰੀਆਂ ਸ਼ਾਖਾਵਾਂ ਬਾਰੇ, ਬਹੁਤ ਸਾਰੇ ਇਹਦੇ ਫਰਦਰ ਫੀਲਡਸ ਬਾਰੇ ਨੂੰ ਪੜ੍ਹਦੇ ਹਾਂ। ਇਹ ਸਾਰੇ ਦੇ ਸਾਰੇ ਫੀਲਡਸ ਮਿਲ ਕੇ ਇੱਕ ਸਾਡਾ ਐਗਰੀਕਲਚਰ ਦੀ ਸਟੱਡੀ ਨੂੰ ਕੰਪਲੀਟ ਕਰਦੇ ਨੇ। ਇਹਦੇ ਵਿੱਚ ਅਸੀਂ ਪੜ੍ਹਦਾਵਾਂਗੇ ਕਿ ਪਹਿਲਾਂ ਕਿ ਐਗਰੀਕਲਚਰ ਹੈ ਕੀ, ਅਤੇ ਐਗਰੀਕਲਚਰ ਬੇਟਾ ਇੱਕ ਬ੍ਰਾਂਚ ਹੈ ਸਾਇੰਸ ਦੀ ਜਿਹਦੇ ਵਿੱਚ ਅਸੀਂ ਆਪਣੇ ਜਿਹੜੇ ਐਸਪੈਕਟਸ ਨੂੰ ਉਹਨਾਂ ਨੂੰ ਅਪਲਾਈ ਕਰੀਦਾ ਹੈ। ਅਪਲਾਈ ਕਰਨ ਤੋਂ ਬਾਅਦ ਅਸੀਂ ਕੀ ਕਰੀਦਾ ਹੈ, ਉਹਨਾਂ ਦੇ ਰਿਜ਼ਲਟਸ ਨੂੰ ਦੇਖੀਦਾ ਹੈ, ਔਰ ਉਹ ਰਿਜ਼ਲਟਸ ਕਿਹੜੇ ਹੁੰਦੇ ਨੇ ਜਿਹੜੇ ਬਹੁਤ ਹੀ ਜ਼ਿਆਦਾ ਵਧੀਆ ਹੁੰਦੇ ਨੇ, ਜੋ ਕਿ ਸਾਡੀ ਪ੍ਰੋਡਕਟੀਵਿਟੀ ਨੂੰ, ਸਾਡੇ ਐਗਰੋ ਇਕੋਲੋਜੀ ਸਿਸਟਮ ਨੂੰ ਇੰਪਰੂਵ ਕਰਦੇ ਨੇ। ਠੀਕ ਹੈ ਬੇਟਾ, ਦੀ ਅਪਲਾਈਡ ਐਸਪੈਕਟਸ ਆਫ ਐਗਰੀਕਲਚਰ ਸਾਇੰਸਿਸ ਕੰਸਿਸਟ ਆਫ ਸਟੱਡੀ ਆਫ ਫੀਲਡ ਕ੍ਰੋਪਸ ਐਂਡ ਦੇਅਰ ਮੈਨੇਜਮੈਂਟ। ਬੇਟਾ ਇਹਦੇ ਵਿੱਚ ਅਸੀਂ ਮੇਨ ਕੀ ਪੜ੍ਹੀਦਾ ਹੈ ਕਿ ਅਸੀਂ ਫਸਲਾਂ ਦੀ ਸਟੱਡੀ ਬਾਰੇ ਪੜ੍ਹੀਦਾ ਹੈ, ਫਸਲਾਂ ਦੀ ਫਿਜ਼ੀਓਲੋਜੀਕਲ ਪ੍ਰੋਸੈਸਿਸ ਕਿਹੜੀਆਂ ਨੇ, ਉਹਨਾਂ ਦੀ ਮੈਨੇਜਮੈਂਟ ਅਸੀਂ ਕਿੱਦਾਂ ਕਰ ਸਕਦੇ ਹਾਂ। ਠੀਕ ਹੈ, ਈਵਨ ਨਾਲ ਦੀ ਨਾਲ ਅਸੀਂ ਉਹਨਾਂ ਦੀ ਸੋਇਲ ਦੀ ਮੈਨੇਜਮੈਂਟ ਕਰਨੀ ਹੈ, ਜਿਹਦੇ ਨਾਲ ਕੀ ਹੋਊਗਾ, ਸਾਡੇ ਕੋਲ ਜਿਹੜੀ ਸਾਡੀ ਐਗਰੀਕਲਚਰ ਹੈ, ਖੇਤੀਬਾੜੀ ਹੈ, ਉਹ ਇੱਕ ਸਸਟੇਨੇਬਲ ਹੋ ਸਕਦੀ ਹੈ, ਔਰ ਉਹਦੇ ਨਾਲ ਸਾਡੇ ਕੋਲ ਓਵਰਆਲ ਗਰੋਇੰਗ ਪਾਪੂਲੇਸ਼ਨ ਦੀ ਜਿਹੜੀ ਡਿਮਾਂਡ ਹੈ ਉਹਨੂੰ ਅਸੀਂ ਪੂਰਾ ਕਰ ਸਕਦੇ ਹਾਂ। ਜਿੱਦਾਂ ਕਿ ਪਹਿਲੀ ਬ੍ਰਾਂਚ ਹੈਗੀ ਸਾਡੇ ਕੋਲ ਬੇਟਾ, ਦ ਵੈਰੀ ਫਸਟ ਬ੍ਰਾਂਚ ਆਫ ਐਗਰੀਕਲਚਰ ਇਜ਼ ਪਲਾਂਟ ਬਰੀਡਿੰਗ ਔਰ ਯੂ ਕੈਨ ਸੇ ਜੈਨੇਟਿਕਸ। in this field we are basically deals with the micro level study, that is you can say about we studied about the various gene combinations, what type of genes are present within the crop and how they are expressed, how they are work, how they are show their traits physically. So in this we discuss it is the art and science of changing the traits of plant in order to produce desired characteristics। ਬੇਟਾ ਪਲਾਂਟ ਬਰੀਡਿੰਗ ਦੇ ਵਿੱਚ ਅਸੀਂ ਕੀ ਕਰੀਦਾ ਆ, ਆਪਣੀ ਮਰਜ਼ੀ ਦੇ ਜੀਨਸ ਤੇ ਟ੍ਰੇਡਸ ਤਿਆਰ ਕਰੀਦੇ ਨੇ, ਜਿਹੜੇ ਕਿ ਹੋਣ ਚਾਹੇ ਉਹ ਡੋਮੀਨੈਂਟ ਟ੍ਰੇਡ ਹੋਣ ਚਾਹੇ ਰਿਸੈਸਿਵ ਹੋਣ, ਤਾਂ ਜੋ ਅਸੀਂ ਕੀ ਕਰ ਸਕੀਏ, ਆਪਣੀ ਮਨ ਭਾਉਂਦਾ ਮਨ ਇੱਛਾ ਦੇ ਅਨੁਸਾਰ ਡਿਜ਼ਾਇਰੇਬਲ ਜਿਹਨੂੰ ਅਸੀਂ ਕਹਿੰਦੇ ਹਾਂ, ਅਸੀਂ ਆਪਣੇ ਕੋਲ ਇੱਕ ਜੀਨੋਮ ਤਿਆਰ ਕਰ ਸਕੀਏ, ਜੀਨ ਕੰਬੀਨੇਸ਼ਨ ਤਿਆਰ ਕਰ ਸਕੀਏ, ਜਿਹੜਾ ਕਿ ਸਾਡੀ ਪਲਾਂਟ ਫੂਡ ਕ੍ਰੋਪ ਨੂੰ, ਜਿਹੜੇ ਸਾਡੇ ਕੀ ਪਲਾਂਟ ਨੂੰ ਕੀ ਕਰੇਗਾ, ਇੱਕ ਅਡੈਪਟੇਬਲ ਬਣਾਏਗਾ ਇੱਕ ਇਨ ਪਰਟੀਕੂਲਰ ਇਨਵਾਇਰਮੈਂਟ ਦੇ ਵਿੱਚ। ਸੋ ਬਹੁਤ ਸਾਰੀਆਂ ਟੈਕਨੀਕਸ ਨੇ that are coming under this plant breeding chapters or in this plant breeding topic. So here this field mainly has been practiced worldwide by the individuals such as gardeners and farmers, or by the professional plant breeders employed by organizations such as government institutes, universities, crop specific industry association or research centers. So beta this is mainly done in vitro. In vitro means ਅਸੀਂ ਇਹ ਜਿਹੜੀ ਪਲਾਂਟ ਬਰੀਡਿੰਗ ਦੀਆਂ ਜਿੰਨੀਆਂ ਵੀ ਰਿਸਰਚਿਸ ਨੇ ਜਾਂ ਕੰਮ ਨੇ, ਸਾਰੇ ਅਸੀਂ ਲੈਬ ਦੇ ਵਿੱਚ ਕਰੀਦੇ ਨੇ। ਇਹਨੂੰ ਕਰਨ ਲਈ ਚਾਹੇ ਸਾਡੇ ਕੋਲ ਕੀ ਹੁੰਦੇ ਨੇ, ਬਹੁਤ ਸਾਰੀ ਮੈਨ ਪਾਵਰ ਚਾਹੀਦੀ ਆ। ਉਹ ਮੈਨ ਪਾਵਰ ਇਨ ਦੀ ਫੋਰਮ ਆਫ ਬਰੀਡਰਸ ਹੋ ਸਕਦੀ ਆ, ਇਨ ਦੀ ਫੋਰਮ ਆਫ ਗਾਰਡਨਰ ਫਾਰਮਰ ਹੋ ਸਕਦੀ ਹੈ। ਠੀਕ ਹੈ, ਅਤੇ ਇਹਦੇ ਲਈ ਬਹੁਤ ਸਾਰੀਆਂ ਯੂਨੀਵਰਸਿਟੀਜ਼, ਗਵਰਨਮੈਂਟ ਇੰਸਟੀਚਿਊਟਸ ਬਹੁਤ ਸਾਰੇ ਕੀ ਕਰ ਰਹੇ ਨੇ, ਇੰਪਲੋਏ ਕਰ ਰਹੇ ਨੇ, ਇੰਪਲੋਇਮੈਂਟ ਦੇ ਰਹੇ ਨੇ ਵਰਕਰਸ ਨੂੰ ਕਿ ਉਹ ਇਹਦੇ ਬਾਰੇ ਸਟੱਡੀ ਕਰਨ, ਅਤੇ ਸਾਡੇ ਕੋਲ ਇੱਕ ਵਧੀਆ ਤਰੀਕੇ ਦੀ, ਇੱਕ ਵਧੀਆ ਸਹੀ ਤਰੀਕੇ ਦੀ ਇੱਕ ਫਸਲ ਤਿਆਰ ਹੋ ਸਕੇ, ਜਿਹਦੇ ਨਾਲ ਸਾਡੇ ਕੋਲ ਉਹਦੀ ਪੈਦਾਵਾਰ ਵਧੀਆ ਹੋਵੇ ਔਰ ਉਹ ਸਾਰੀ ਵਰਲਡ ਵਾਈਡ ਬੇਸਿਸ 'ਤੇ ਅਸੈਪਟੇਬਲ ਹੋਵੇ। ਨੈਕਸਟ ਬ੍ਰਾਂਚ ਆ ਜਾਂਦੀ ਸਾਡੇ ਕੋਲ ਐਗਰੋਨੋਮੀ। ਠੀਕ ਹੈ, ਦ ਮੇਨ ਬ੍ਰਾਂਚ ਆਫ ਦੀ ਐਗਰੀਕਲਚਰ। It deals with the area and with the areas of plant genetics, plant physiology, meteorology,
सॉयल साइंस, ठीक है। ये जिहड़े मेन ਇਹਦੇ अंदर एग्रोनॉमी ਦੇ ਜਿਹੜੇ ਏਰੀਆਜ਼ ਨੇ ਜਿਨ੍ਹਾਂ 'ਤੇ ਕੰਮ ਕਰੀਦਾ ਹੈ ਉਹ ਕਿਹੜੇ ਨੇ ਪਲਾਂਟ ਦੀ ਜੈਨੇਟਿਕਸ ਉੱਤੇ, ਪਲਾਂਟ ਦੀ ਫਿਜ਼ੋਲੋਜੀ ਉੱਤੇ, ठीक है, plant the meteorology means related with climatic conditions, and soil science and related with science of soils. You can say we are dealing with soil technology. And the agronomy is the application is the combination of science like biology. ਕਹਿੰਦੇ ਜਿਹੜੀ एग्रोनॉमी ਆ ਖੇਤੀਬਾੜੀ ਦੀ ਜਿਹੜੀ ਬ੍ਰਾਂਚ ਆ ਉਹ ਮੇਨਲੀ ਕਿਹਦੇ ਨਾਲ ਲਿੰਕ ਕਰਦੀ ਆ, ਬਾਇਓਲੋਜੀ ਨਾਲ, ਕੈਮਿਸਟਰੀ ਨਾਲ, ਇਕੋਨੋਮਿਕਸ ਨਾਲ, ਇਕੋਲੋਜੀ ਨਾਲ, ਅਰਥ ਸਾਇੰਸਿਸ ਦੇ ਨਾਲ ਅਤੇ ਜੈਨੇਟਿਕਸ ਦੇ ਨਾਲ, ਠੀਕ ਹੈ। ਅਤੇ ਮੇਨਲੀ ਜਿਹੜੇ ਸਾਡੇ ਐਗਰੋਨੋਮਿਸਟ ਹੁੰਦੇ ਨੇ ਉਹ ਜ਼ਿਆਦਾ ਕਿਹਦੇ 'ਚ ਇਨਵੋਲਵ ਹੁੰਦੇ ਨੇ, ਜ਼ਿਆਦਾਤਰ ਜਿਹੜੇ ਮੇਨ ਇਸ਼ੂਜ਼ ਨੇ ਅੱਜ ਕੱਲ੍ਹ ਉਹਨਾਂ ਨੂੰ ਮੈਨੇਜ ਕਰਨ 'ਚ ਇਨਵੋਲਵ ਹੁੰਦੇ ਨੇ, ਠੀਕ ਹੈ। ਅਤੇ ਦੂਜਾ ਉਹਨਾਂ ਦਾ ਮੇਨ ਕਹਿੰਦੇ ਕੰਮ ਕੀ ਹੁੰਦਾ ਹੈ, ਉਹ ਕ੍ਰੋਪਿੰਗ ਸਿਸਟਮਸ ਨੂੰ ਇੰਪਰੂਵ ਕਰਦੇ ਨੇ, ਕ੍ਰੋਪਿੰਗ ਪੈਟਰਨਸ ਨੂੰ, ਠੀਕ ਹੈ, ਕੀ ਕਰਦੇ ਨੇ, ਇੰਪਰੂਵ ਕਰਦੇ ਨੇ। ਜਿੱਦਾਂ ਕਿ ਉਹਨਾਂ ਨੇ ਕ੍ਰੋਪਿੰਗ ਸਿਸਟਮ ਦੇ ਵਿੱਚ ਕੁਛ ਨਵੇਂ ਸਬ ਟਾਈਪਸ ਨੂੰ ਇੰਟਰੋਡਿਊਸ ਕੀਤਾ, ਕ੍ਰੋਪ ਰੋਟੇਸ਼ਨ, ਇਰੀਗੇਸ਼ਨ ਐਂਡ ਡਰੇਨੇਜ, ਪਲਾਂਟ ਬਰੀਡਿੰਗ, ਪਲਾਂਟ ਫਿਜ਼ੋਲੋਜੀ, ਇਹ ਸਾਰੀ ਨਹੀਂ ਸਾਰੇ ਕੁਝ ਸਪੈਸ਼ਲਾਈਜ਼ਡ ਸਾਡੇ ਕੋਲ ਏਰੀਆਜ਼ ਨੇ ਜਿੱਥੇ ਐਗਰੋਨੋਮਿਸਟ ਕੀ ਕਰਦੇ ਨੇ, ਫੋਕਸ ਕਰਦੇ ਨੇ ਤਾਂ ਜੋ ਕਿ ਸਾਡੀ ਜਿਹੜੀ ਕ੍ਰੋਪਸ ਨੇ, ਠੀਕ ਹੈ ਨਾ, ਉਹ ਸਾਰੀ ਨੇ ਸਾਰੀਆਂ ਵਧੀਆ ਹੋਣ ਔਰ ਅਲਟੀਮੇਟਲੀ ਸਾਡੇ ਕੋਲ ਇੱਕ ਸਸਟੇਨੇਬਲ ਪ੍ਰੋਡਕਟੀਵਿਟੀ ਆਏ। ਨੈਕਸਟ ਬ੍ਰਾਂਚ ਜਿਹੜੀ ਆ ਹਾਰਟੀਕਲਚਰ। ਹਾਰਟੀ ਮੀਨ ਸਾਡੀ ਜ਼ਿਆਦਾ ਵੀ ਕਿੰਨਾ ਡੀਲ ਕਰਦੀ ਬਾਗਬਾਨੀ ਨਾਲ। ਬਾਗਬਾਨੀ ਦੇ ਵਿੱਚ ਅਸੀਂ ਜ਼ਿਆਦਾ ਕੀ ਕਹਿੰਦੇ ਗਾਰਡਨ ਹੁੰਦੇ ਨੇ, ਹਾਰਟਸ ਮੀਨਸ ਹੁੰਦਾ ਗਾਰਡਨ, ਅਤੇ ਕਲਚਰਾ ਮੀਨਸ ਕਲਟੀਵੇਸ਼ਨ, ਜਿਹਦੇ 'ਚ ਅਸੀਂ ਜ਼ਿਆਦਾ ਗਾਰਡਨਸ ਕਹਿੰਦੇ ਜਨਰੇਟ ਕਰੀਦੇ ਨੇ, ਗਾਰਡਨਿੰਗ ਕਰੀਦੀ ਹੈ। ਅਤੇ ਮੇਨ ਇਹਦੇ 'ਚ ਅਸੀਂ ਮੇਨ ਡਿਵੀਜ਼ਨਸ ਨੇ, ਇਹ 'ਚ ਅਸੀਂ ਮੇਨ ਕਲਟੀਵੇਸ਼ਨ ਕਿਹਦੀ ਕਰੀਦੀ ਆ, ਅਸੀਂ ਫਰੂਟਸ ਦੀ ਕਰੀਦੀ ਹੈ, ਅਸੀਂ ਵੈਜੀਟੇਬਲਸ ਦੀ ਕਰੀਦੀ ਹੈ, ਠੀਕ ਹੈ। ਔਰ ਥਰਡ ਅਸੀਂ ਇਹਦੇ 'ਚ ਸਭ ਤੋਂ ਜ਼ਿਆਦਾ ਮੇਨ ਔਰ ਫਲਾਵਰਸ ਦੀ ਕਰੀਦੀ ਹੈ। ਅਤੇ ਉਹ ਇਹਦੇ 'ਚ 3 ਬ੍ਰਾਂਚਿਸ ਆ ਜਾਂਦੀਆਂ ਸਾਡੇ ਕੋਲ ਹਾਰਟੀਕਲਚਰ ਦੇ ਵਿੱਚ। ਪੋਮੋਲੋਜੀ ਹੈ ਬੇਟਾ, ਪੋਮੋਲੋਜੀ ਇਜ਼ ਦੀ ਬ੍ਰਾਂਚ ਵਿਚ ਡੀਲਿੰਗ ਵਿਦ ਕਲਟੀਵੇਸ਼ਨ ਆਫ ਫਰੂਟ ਕ੍ਰੋਪਸ, ਜਿਹਦੇ ਵਿੱਚ ਅਸੀਂ ਫਰੂਟ ਕ੍ਰੋਪਸ ਨੂੰ ਦੀ ਕਲਟੀਵੇਸ਼ਨ ਦੀ ਸਟੱਡੀ ਕਰੀਦੀ ਹੈ। ਓਲੇਰੀਕਲਚਰ ਦੇ ਵਿੱਚ ਅਸੀਂ ਜ਼ਿਆਦਾ ਕਿਹਦੇ ਨਾਲ ਡੀਲ ਕਰਦੀ ਹੈ, ਕਲਟੀਵੇਸ਼ਨ ਆਫ ਦੈਟ ਇਜ਼ ਵੈਜੀਟੇਬਲ ਕ੍ਰੋਪਸ, ਠੀਕ ਹੈ। ਸੋ ਵੈਜੀਟੇਬਲਸ ਆਰ ਬੇਸਿਕਲੀ ਕੀ ਹੁੰਦੇ ਨੇ, ਦੇਜ਼ ਆਰ ਹਰਬੇਜਰੀਅਸ ਪਲਾਂਟ ਦੈਟ ਆਰ ਜਨਰਲੀ ਯੂਜ਼ ਆਫਟਰ ਕੁਕਿੰਗ ਐਜ਼ ਅ ਪ੍ਰਿੰਸੀਪਲ ਪਾਰਟ ਆਫ ਦੀ ਮੀਲ। ਕਹਿੰਦੇ ਵੈਜੀਟੇਬਲ ਨੂੰ ਅਸੀਂ ਜ਼ਿਆਦਾਤਰ ਕੁਕਡ ਆਫਟਰ ਕੁਕਿੰਗ ਹੀ ਖਾਂਦੇ ਹਾਂ, ਠੀਕ ਹੈ। ਹਰਬੇਰੀਅਸ ਹੁੰਦੇ ਨੇ, ਗ੍ਰੀਨ ਇਨ ਕਲਰ ਹੁੰਦੇ ਨੇ, ਔਰ ਦੀਜ਼ ਆਰ ਦਾ ਆਟੋਟ੍ਰੋਪਸ that we are used as a principal part of the meal, ਜਿਹਨੂੰ ਅਸੀਂ ਆਪਣੇ ਖਾਣੇ ਦੀ ਇੱਕ ਪ੍ਰਿੰਸੀਪਲ ਪਾਰਟ ਵਧੀਆ ਸਭ ਤੋਂ ਮੇਨ ਪਾਰਟ ਮੰਨਦੇ ਹਾਂ, ਠੀਕ ਹੈ। ਬਿਨਾਂ ਸਬਜ਼ੀ ਤੋਂ ਤੁਹਾਨੂੰ ਪਤਾ ਖਾਣਾ ਨਹੀਂ ਸਵਾਦ ਲੱਗਦਾ, ਨਹੀਂ ਵਧੀਆ ਹੁੰਦਾ। ਅਤੇ ਥਰਡ ਜਿਹੜੀ ਟਾਈਪ ਹੈ ਸਾਡੇ ਕੋਲ ਹਾਰਟੀਕਲਚਰ ਦੀ, ਉਹ ਕਿਹੜੀ ਹੈ, ਫਲੋਰੀਕਲਚਰ। ਇਹਦੇ 'ਚ ਅਸੀਂ ਮੇਨ ਕੀ ਆ, ਕਿਹਦੇ ਨਾਲ ਡੀਲ ਕਰੀਦਾ, ਫਲਾਵਰਸ ਦੇ ਨਾਲ, ਕਲਟੀਵੇਸ਼ਨ ਆਫ ਫਲਾਵਰ ਕ੍ਰੋਪਸ। ਅਤੇ ਬੇਟਾ ਇਹਦੇ ਵਿੱਚ ਸਾਡੇ ਕੋਲ 2 ਸਬ ਡਿਵੀਜ਼ਨਸ ਨੇ, ਫਰਦਰ ਕਮਰਸ਼ੀਅਲ ਫਲੋਰੀਕਲਚਰ ਅਤੇ ਔਰਨਾਮੈਂਟਲ ਫਲੋਰੀਕਲਚਰ, ਠੀਕ ਹੈ। ਜਿਹੜੀ ਸਾਡੇ ਕੋਲ ਕਮਰਸ਼ੀਅਲ ਹੈ ਉਹ ਕਿਹੜੀ ਜ਼ਿਆਦਾ ਯੂਜ਼ ਹੁੰਦੀ ਹੈ, ਕਮਰਸ਼ੀਅਲ ਮਤਲਬ ਲਾਰਜ ਸਕੇਲ 'ਤੇ, ਜਿਹਦੇ ਤੋਂ ਸਾਨੂੰ ਬਹੁਤ ਸਾਰਾ ਪ੍ਰੋਫਿਟ ਆਵੇ, ਇਨਕਮ ਆਵੇ। ਜਿੱਦਾਂ ਕਿ ਤੁਹਾਨੂੰ ਪਤਾ ਅੱਜ ਕੱਲ੍ਹ ਡੈਕੋਰੇਸ਼ਨ ਪਰਪਸਿਸ ਲਈ ਫਲਾਵਰਸ ਦੀ ਬਹੁਤ ਜ਼ਿਆਦਾ ਡਿਮਾਂਡ ਨੇ, ਲਾਈਕ ਜਿੱਦਾਂ ਰੋਜ਼ ਹੋ ਗਿਆ, ਜੈਸਮੀਨ ਹੋ ਗਿਆ, ਕੈਰਨੇਸ਼ਨ ਹੋ ਗਿਆ, ਐਸਟਰ ਹੋ ਗਿਆ, ਮੈਰੀਗੋਲਡ ਹੋ ਗਿਆ। ਦੀਜ਼ ਆਰ ਦਾ ਸਮ ਪਲਾਂਟਸ that are of high market demand, and we do the cultivation of these flowers on a very large scale, or you can say on a commercial scale. That's why this type of cultivation of flower is called commercial floriculture. And second one is the ornamental, as you know it very well. Ornament, these that is for the beauty or for the makeup. So here in the ornamental floriculture we mean deals with the flowers that are mainly used for the fashion purposes or for the beauty purposes. For example, dahlia, zinnia, cosmos, hibiscus, balsam, ठीक है। these are the some plants, ये कुछ साढ़े plants ने ਜਿਹੜੇ ਅਸੀਂ ਸੋਹਣੇ ਬਣਨ ਲਈ, ਫੈਸ਼ਨ ਲਈ, ਠੀਕ ਹੈ। ਜਿੱਦਾਂ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਕਦੇ ਜਵੈਲਰੀ ਬਣਦੀ ਹੈ, ਫਲੋਰਲ ਜਵੈਲਰੀ, ਜਿਨ੍ਹਾਂ ਨੂੰ ਅਸੀਂ ਫੈਸ਼ਨ ਪਰਪਸਿਸ ਲਈ ਯੂਜ਼ ਕਰਦੇ ਨੇ। ਇਹ ਕੁਝ ਸਾਡੇ ਕੋਲ ਕਿਹੜੇ ਨੇ, ਔਰਨਾਮੈਂਟਲ ਫਲੋਰੀਕਲਚਰ ਦੇ ਅੰਡਰ ਆਉਂਦੇ ਨੇ, ਠੀਕ ਹੈ ਬੇਟਾ। ਇਹ ਸਾਡੇ ਕਿਹੜੇ ਨੇ, ਕੁਝ ਔਰਨਾਮੈਂਟਲ ਫਲੋਰੀਕਲਚਰ ਦੇ। ਨੈਕਸਟ ਜਿਹੜੀ ਬ੍ਰਾਂਚ ਹੈ ਸਾਡੇ ਕੋਲ
अर्बोरीकल्चर है बेटा, अर्बोरीकल्चर मेनली किहदे नाल डील करदी है, जिहदे विच असी रेस करदे पैरीनियल ट्रीज़, ठीक है। पैरीनियल ट्रीज़ किहड़े हुंदे ने बेटा, जिहड़े बहुत साल तक रहन, जिन्हां दा लाइफ साइकिल हुंदा है फॉर मैनी मोर ईयर्स, ठीक है। लाइक जस्ट लाइक फ्रूट ट्रीज़ आर आल्सो पैरीनियल, ठीक है। समझ लाइक मैंगो ट्री दी बेटा, इन्हां दा मेन काम की हुंदा है अर्बोरीकल्चर दे विच असी वो ट्रीज़ लगाने जिहड़े बहुत सालां तक रहन, ठीक है। उन्हां दे मेन मकसद की सानूं उत्तों शेड मिलदी है, एवेन्यू मिलदा है, ठीक है। ऑर्नामेंटल पर्पसिस ਲਈ जस्ट फॉर द डेकोरेशन, एज you have seen in the various big buildings and bungalows, or you can see in the even marriages palaces, है ना। so there are very very big trees, perennial trees that are we used for the fashion or for the good looking purposes, like polyalthia, then spatodia, cassia, gulmohar. These are the some trees that we are used for, even these are the some perennial trees we use for shade, for avenue, and even for the ornamental purposes also. Then plantation crops, these are the crops which are cultivated in an extensive scale, in large contiguous area, owned and managed by an individual or a company, whose produce is utilized only after processing, for example coffee, tea, rubber, coconut, coca, etc. कुछ देर आर सम प्लांटेशन क्रॉप्स बेटा, साढ़े कोल कुछ प्लांटेशन क्रॉप्स ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਬਹੁਤ ਹੀ ਜ਼ਿਆਦਾ ਏਰੀਆ ਦੇ ਵਿੱਚ ਬਹੁਤ ਹੀ ਵੱਡੇ ਸਕੇਲ 'ਤੇ ਯੂਜ਼ ਕੀਤਾ ਜਾਂਦਾ ਹੈ, ਔਰ ਉਹਨਾਂ ਨੂੰ ਪ੍ਰੋਡਿਊਸ ਕਰਨ ਦਾ ਕੀ ਮੇਨ ਮਕਸਦ ਹੁੰਦਾ ਹੈ ਕਿ ਅਸੀਂ ਉਹਨਾਂ ਨੂੰ ਬਾਅਦ 'ਚੋਂ ਕੀ ਕੀਤਾ ਜਾਂਦਾ, ਉਹਨਾਂ ਨੂੰ ਪ੍ਰੋਸੈਸਿੰਗ ਲਈ ਲਿਆ ਜਾਂਦਾ ਹੈ। ਪ੍ਰੋਸੈਸਿੰਗ ਵਾਲੇ ਕੰਪਨੀਜ਼ ਜਿ ਕਹਿ ਲਓ, ਪਲਾਂਟੇਸ਼ਨ ਕ੍ਰੌਪ ਦਾ ਲਿੰਕ ਕਿੱਥੇ ਹੁੰਦਾ ਹੈ, ਅੱਗੇ ਇੰਡਸਟਰੀਜ਼ ਦੇ ਨਾਲ ਹੁੰਦਾ ਹੈ, ਜਿੱਥੇ ਉਹਨਾਂ ਦੀ ਪ੍ਰੋਪਰ ਪ੍ਰੋਸੈਸਿੰਗ ਹੁੰਦੀ ਹੈ, ਫਿਰ ਪੈਕੇਜਿੰਗ ਹੁੰਦੀ ਹੈ, ਜਿਹਨੂੰ ਅਸੀਂ ਫਰਦਰ ਯੂਜ਼ ਕਰੀਦੇ ਨੇ ਫॉर डिफरेंट परपसिस, जिदा असी कॉफ़ी है, टी है, दीज आर द सम ड्रिंक्स दैट वी आर ऑफन यूज एट होम, ठीक है, वी टेक एट होम। रबर है, कोकोनट है, कोका यूज फॉर मेकिंग चॉकलेट्स एंड सम अदर प्रोडक्ट्स इवन ऑल्सो, ठीक है। सो देन सम प्लांट्स आर कमिंग अंडर स्पाइसिस एंड कॉन्डिमेंट्स, spices that are the plants products which are used for एज अ फूड एडजंकेंट्स, ठीक है बेटा, जिन्होंने टू एड अरोमा और टेस्ट। बेटा स्पाइसिस के होंगे मसाले जिहड़े असी की है प्लांट्स तो लईदे ने, ये कुछ प्लांट्स प्रोडक्ट होंगे ने जिहड़े असी खाने दे विच यूज़ करीदे ने जस्ट फॉर द स्मैल एंड फ्लेवर, जिन्हां खाने की वधिया स्मैल आवे, अरोमा आवे और वधिया फ्लेवर आवे, जिद्दां कि हो गए पैपर हो गए, कैडेमोन हो गया, ठीक है, मिर्चां हो गई, लाचियाँ हो गई, लौंग हो गए, दालचीनी होगी, all these are the spice that we are used in food for the aroma and for the taste also. तो बेटा spices and condiments are those plants the product of which are made use of a food adjuncts to add taste only, for example turmeric, ginger, red chilli, onion, garlic. बेटा these are the some plants that are coming under condiments that are just only for the taste। ਤੁਸੀਂ ਘਰ ਬੇਟਾ ਸਬਜ਼ੀ ਬਣਾਉਂਦੇ ਹੋ, ਹਲਦੀ ਪਾਉਂਦੇ ਹੋ, ਅਦਰਕ ਪਾਉਂਦੇ ਹੋ, ਮਿਰਚਾਂ ਪਾਉਂਦੇ ਹੋ, ਪਿਆਜ਼ ਪਾਉਂਦੇ ਹੋ, ਲਸਣ ਪਾਉਂਦੇ ਹੋ, ਆਲ ਦੀਜ਼ ਆਰ ਜਸਟ ਫॉर ਦੀ ਟੇਸਟ ਓਨਲੀ। ਇਹ ਜੇ ਪਾਇਆ ਹੋਵੇ ਤੁਹਾਡੀ ਸਬਜ਼ੀ ਸਵਾਦ ਬਣਦੀ ਹੈ। ਸੋ the plants that are used for just only for the taste are called condiments, and that are used the plant that are used for plant products that are used for aroma and flavor, they are spices. Some both spices and condiments contain essential oils which provide aroma, flavor, taste, and they are of little nutritive value. Mainly these are some plant product that are called as spices and condiments. They even contain some oils also, essential oils also. We also extract oils from all these plant products, so they are having low nutritive value, but they are only for taste and aroma and for flavor only. Next one is the medicinal and aromatic plants। बेटा साढ़े कोल कुछ हुंदे ने दवाइयां वाले, ठीक है, ते then aromatics plants that are for essential for oils you can say। तो they are mainly medicinal plants जो होते हैं, ये mainly क्या होते हैं, rich in secondary metabolites, ठीक है। तो मेडिसिनल प्लांट्स के सेकेंडरी मेटाबोलाइट्स कौन से होते हैं, जो हमें क्या मिलते हैं, सेकेंडरी मेटाबोलाइट्स वो होते हैं जो प्लांट सेल में से या प्लांट टिश्यू में से जो एक्सट्रैक्ट निकले,
क्या निकले, जो एक्सट्रैक्ट निकले, वी कॉल्ड दैट टाइप ऑफ एक्सट्रैक्ट इज अ सेकेंडरी मैटाबोलाइट्स। एंड सम प्लांट्स आर प्रोड्यूसिंग ड्रग्स, कहते ਜਿਹੜੇ कुछ प्लांट्स ਹੁੰਦੇ ਨੇ ਉਹ ਕਿ ਆਪਣੇ ਸੈਕੰਡਰੀ ਮੈਟਾਬੋਲਾਈਟਸ ਦੇ ਵਿੱਚ ਜਿੱਦਾਂ ਕਿ ਪ੍ਰੋਡਿਊਸ ਕਰਦੇ ਨੇ ਐਲਕਲੋਇਡਸ, ਗਲੂਕੋਸਾइड्स, क्यूमेरिन्स, फ्लेवोनॉइड्स एंड स्टीरॉइड्स इवन, ठीक है। फॉर एग्जांपल पेरिविंकल, ओपियम, मेथी, सीनाचोना, ठीक है। एंड दीज आर द सम एस्पैरागंधा, अश्वगंधा, तुलसी, these are the plants that are producing secondary metabolites, and these secondary metabolites basically are alkaloids, glucosides, coumarins and flavonoids or steroids. These are the basically drugs that are extracted, or these are or secreted by the plant tissues or cells by the plant parts. So these are mainly used for medicinal purposes, to cure various kind of diseases or various kind of infections। तो बेटा ਜਿਹੜੇ प्लांट्स तो ਜਾਂ टिश्यूज़ तो ਜਿਹੜਾ ਸਾਡਾ ਐਕਸਕ੍ਰੀਟ ਹੁੰਦਾ ਹੈ, ਜਿਹੜਾ ਉਹਨੂੰ ਅਸੀਂ ਸੈਕੰਡਰੀ ਮੈਟਾਬੋਲਾਈਟ ਕਹਿੰਦੇ ਆ, ਔਰ ਇਹਨਾਂ ਦੇ ਵਿੱਚ ਕੀ ਹੁੰਦੇ ਨੇ ਕੁਛ ਨਾ ਕੁਛ ਐਲਕੀਲੋਇਡਸ, ਗਲੂਕੋਸਾइड्स ਦਾ ਫਲੇਵੋਨੋਇਡਸ, ਇਹ ਚੀਜ਼ਾਂ ਪ੍ਰੈਜ਼ੈਂਟ ਹੁੰਦੀਆਂ ਨੇ ਜਿਹੜੀਆਂ ਕਿ ਅਸੀਂ ਯੂਜ਼ ਕਰਦੀਆਂ, ਜਿਨ੍ਹਾਂ ਨੂੰ ਕੀ ਕਹਿੰਦੇ ਐਜ਼ ਅ ਡਰੱਗ ਯੂਜ਼ ਕਰਦੀਆਂ ਬਿਮਾਰੀਆਂ ਨੂੰ ਠੀਕ ਕਰਨ ਲਈ, ठीक है। छोटे मोटे बुखार, छोटे मोटे बीमारियां दे जिहड़े असी ठीक करते हैं, असी इन्हां दी हैल्प नाल कर सकते हैं। तो कुछ साडे कोल एरोमैटिक प्लांट्स हुंदे ने, एक इहदे अंडर साडे कोल एरोमैटिक प्लांट्स किहड़े आ गए, साडे कोल एरोमैटिक प्लांट्स वो प्लांट्स हुंदे ने जिहड़े बेटा जिन्हां तो सानूं की मिलदा है, ऑयल मिलदा है, ठीक है। एसेंशियल ऑयल्स मिलते हैं, ठीक है। क्यों? दे आर ऑफ ऑडिफेरस स्टीम वॉलेटाइल कॉन्स्टिट्यूएंट्स ऑफ एरोमेटिक प्लांट्स, फॉर एग्जांपल लेमन ग्रास, सिट्रोनिला, पामरोसा, वेटिवर, गिरविनियम, डेवेनम, देम लेवेंडर। दीज आर द सम plant products or plant parts which are which possesses essential oils, so we call it aromatic plants. They have given a good kind of aroma, clear hai? Then next we having some branches deals with the steps of post harvesting, landscape gardening. These are also the branches of agriculture. We will discuss about all these in our next lecture. This is all about the today's lecture. एक बारी फिर मैं तुहानूं दसदा, अज दे विच असीं पढ़िया सी कि एग्रीकल्चर दियां कुछ शाखावां ने, ब्रांचिज़ ने। असीं उन्हां दे विच पढ़ियां 3 मेन किलियां ने, प्लांट ब्रीडिंग है, हॉर्टिकल्चर है ते एग्रोनॉमी है। तो हॉर्टिकल्चर जिहड़ी आ उहदी फर्दर डिवीजनस ने, पोमोलॉजी सी, पोमोलॉजी दी जिहड़ी मेन फ्रूट्स नाल करदी सी, और लेरी वैजीटेबल्स दे नाल, ठीक है। फ्लोरी फ्लावर्स, फ्लोरीकल्चर अगे कमर्शियल फ्लोरीकल्चर सी, ऑर्नामेंटल सीगी। नैक्सट उहदी ब्रांच सीगी ऑर्बिटिकल्चर, अर्बोरीकल्चर। अर्बोरीकल्चर दे विच असीं पेरिनियल्स ट्रीज खरीदे सी, ठीक है। तो उहदे अंडर कुछ प्लांटेशन क्रॉप सीगियां, स्पाइसिस एंड कॉन्डीमेंट्स है, ठीक है। इवन मेडिसिनल एंड एरोमेटिक प्लांट्स ने। सो ऑल दीज आर दी फर्दर टाइप्स दैट आर कमिंग अंडर, or these are the branches that are coming under agriculture. So I hope you all got, ਤੁਹਾਨੂੰ ਸਾਰਿਆਂ ਨੂੰ ਸਮਝ ਲੱਗ ਗਿਆ ਹੋਣਾ ਹੈ। If you have any query you can ask me through phone call or you can even message me. Okay, goodbye, all the best.